ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਹੈ ਮਨਿੰਦਰ ਤੇ ਤੁਸੀਂ ਦੇਖ ਰਹੇ ਹੋ ਡ੍ਰੀਮ ਆਈਐਸ ਚੈਨਲ। ਅੱਜ ਆਪਾਂ ਦੁਬਾਰਾ ਡਿਸਕਸ਼ਨ ਥੋੜ੍ਹਾ ਜਿਹਾ ਡਿਟੇਲ 'ਚ ਕਰਾਂਗੇ ਇੰਡੀਆ ਐਂਡ ਦ ਗਲਫ। ਐਂਡ ਇਸ ਡਿਸਕਸ਼ਨ ਨੂੰ ਕਰਨ ਦਾ ਮੇਨ ਰੀਜ਼ਨ ਇਹ ਹੈ ਕਿ ਆਪਣੇ ਦੇਸ਼ ਦੇ ਜਿਹੜੇ ਉਪ ਰਾਸ਼ਟਰਪਤੀ ਹੈ ਵੈਂਕਈਆ ਨਾਇਡੂ, ਇਹਨਾਂ ਨੇ ਰੀਸੈਂਟਲੀ ਕਤਰ ਨੂੰ ਵਿਜ਼ਿਟ ਕੀਤਾ, ਜਿੱਥੇ ਇੱਕ ਇੰਡੀਆ ਅਤੇ ਗਲਫ ਰੀਜਨ ਦੇ ਵਿੱਚ ਹੋਣ ਵਾਲੀਆਂ ਜਿਹੜੀਆਂ ਇੰਪੋਰਟੈਂਟ ਰਿਲੇਸ਼ਨ ਦੇ ਰਿਸਪੈਕਟਿਵ 'ਚ ਡਿਸਕਸ਼ਨਸ ਹੈ ਉਹ ਕੀਤੀਆਂ ਗਈਆਂ। ਇਹ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ 75 ਈਅਰਸ ਦਾ ਸੈਲੀਬ੍ਰੇਟ ਕੀਤਾ ਜਾ ਰਿਹਾ ਐਂਡ ਡਿਫਰੈਂਟ ਕੰਟਰੀਜ਼ ਨਾਲ ਰਿਲੇਸ਼ਨਸ ਦੀ ਆਪਾਂ ਜਿਹੜੀ ਹੈ ਗੱਲ ਕਰਦੇ ਪਏ ਹਾਂ। ਰੀਸੈਂਟਲੀ ਕੁਝ ਡਿਸਟਰਬੈਂਸ ਵੀ ਹੋਈ ਹੈ ਇਹਨਾਂ ਦੋਨਾਂ ਆਪਣੇ ਤੇ ਗਲਫ ਰੀਜਨ ਦੇ ਵਿੱਚ, ਬਿਕੋਜ਼ ਕੁਝ ਬੀਜੇਪੀ ਦੇ ਕੁਝ ਸਪੋਕਸ ਪਰਸਨਸ ਨੇ ਕੁਝ ਇਹੋ ਜਿਹੀਆਂ ਅਨਫੋਰਚੂਨੇਟ ਗੱਲਾਂ ਕਹੀਆਂ ਜੋ ਕਤਰ ਦੇ ਲੋਕਾਂ ਦੀ ਜਿਹੜੀ ਰਿਲੀਜੀਅਸ ਸੈਂਟੀਮੈਂਟਸ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਨੇ ਹਰਟ ਕੀਤਾ ਹੈ। ਤਾਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਕਿ ਬੇਸਿਕਲੀ ਕੀ ਹੋਇਆ ਹੈ। ਆਪਾਂ ਸਭ ਤੋਂ ਪਹਿਲਾਂ ਇੱਕ ਚੀਜ਼ ਦੇਖਦੇ ਹਾਂ, ਪਹਿਲਾਂ ਆਪਾਂ ਨਕਸ਼ੇ 'ਤੇ ਫੋਕਸ ਕਰੀਏ ਐਂਡ ਦੇਖੀਏ ਕਿ ਨਕਸ਼ਾ ਕੀ ਦੱਸਦਾ ਹੈ ਕਿ ਗਲਫ ਕੰਟਰੀਜ਼ ਕਿੱਥੇ ਹੈ। ਦੇਖੋ, ਗਲਫ ਕੰਟਰੀਜ਼ ਦੀ ਅਗਰ ਮੈਂ ਗੱਲ ਕਰਦਾ ਤਾਂ ਗਲਫ ਕੰਟਰੀਜ਼ ਬੇਸਿਕਲੀ ਇਹ ਪਰਸ਼ੀਅਨ ਗਲਫ ਦੇ ਜਿਹੜੇ ਨਾਰਥ ਅਤੇ ਸਾਊਥ ਦੇ ਵਿੱਚ ਜਿਹੜੀਆਂ ਕੰਟਰੀਜ਼ ਆ ਉਹਨੂੰ ਆਪਾਂ ਗਲਫ ਕੰਟਰੀਜ਼ ਕਹਿ ਦਿੰਦੇ ਹਾਂ। ਮੋਸਟ ਆਫ ਦੈਮ ਆਰ ਫਰੋਮ ਦ ਸਾਊਥ ਐਂਡ ਇਹਨਾਂ ਗਲਫ ਕੰਟਰੀਜ਼ ਨੇ ਇੱਕ ਆਰਗੇਨਾਈਜੇਸ਼ਨ ਬਣਾਈ ਹੈ ਜਿਹਦਾ ਨਾਮ ਹੈ ਗਲਫ ਕੋਆਪਰੇਸ਼ਨ ਕਾਊਂਸਿਲ। ਐਂਡ ਇਹ ਗਲਫ ਕੋਆਪਰੇਸ਼ਨ ਕਾਊਂਸਿਲ ਦੇ ਵਿੱਚ ਸਭ ਤੋਂ ਮੇਨ ਜਿਹੜੀ ਆਰਗੇਨਾਈਜੇਸ਼ਨ ਆ ਸਾਊਦੀ ਅਰੇਬੀਆ ਹੈ। ਸਾਊਦੀ ਅਰੇਬੀਆ ਤੇ ਬਿਲਕੁਲ ਸਾਊਥ 'ਚ ਅਗਰ ਆਪਾਂ ਚਲੇ ਜਾਵਾਂਗੇ ਤਾਂ ਯੈਮਨ ਦੇ ਨਾਲ ਓਮਨ ਦੇ ਨਾਲ ਯੂਏਈ ਦੇ ਨਾਲ ਕਤਰ ਐਂਡ ਕਤਰ ਦੇ ਨਾਲ ਬਹਿਰੇਨ ਐਂਡ ਬਹਿਰੇਨ ਦੇ ਬਿਲਕੁਲ ਉੱਪਰ ਚਲੇ ਜਾਓਗੇ ਤਾਂ ਕੁਵੈਤ ਤੁਹਾਨੂੰ ਦੇਖਣ ਨੂੰ ਮਿਲਦੀ ਹੈ। ਇਹ ਸਾਰੀ ਆਰਗੇਨਾਈਜੇਸ਼ਨਸ ਕਿਉਂਕਿ ਪਰਸ਼ੀਅਨ ਗਲਫ ਦੇ ਬਿਲਕੁਲ ਬਾਰਡਰ 'ਤੇ ਹੈ, ਇਸ ਕਰਕੇ ਇਹਨਾਂ ਨੂੰ ਗਲਫ ਕੰਟਰੀਜ਼ ਕਿਹਾ ਜਾਂਦਾ ਹੈ। ਐਂਡ ਪਰਸ਼ੀਅਨ ਗਲਫ ਜੋ ਇੱਕ ਬਹੁਤ ਹੀ ਇੰਪੋਰਟੈਂਟ ਵਾਟਰ ਬਾਡੀ ਹੈ ਜਿਹਦੇ ਬਹੁਤ ਜ਼ਿਆਦਾ ਆਇਲ ਜਿਹੜਾ ਹੈ ਦੇਖਣ ਨੂੰ ਮਿਲਦਾ ਹੈ, ਉਹ ਆਇਲ ਦੀ ਇੱਕ ਬਹੁਤ ਹੀ ਵੱਡੀ ਰਿਸੋਰਸ ਵੀ ਹੈਗੀ ਹੈ ਪਰਸ਼ੀਅਨ ਗਲਫ। ਤੋਂ ਇਹ ਛੋਟਾ ਜਿਹਾ ਮੈਪ ਹੈ ਜਿਹਦੀ ਕਲੈਰਿਟੀ ਤੁਹਾਨੂੰ ਆਉਣੀ ਚਾਹੀਦੀ ਹੈ। ਹੁਣ ਕੰਟੈਕਸਟ ਉਹੀ ਹੈ ਜੋ ਮੈਂ ਡਿਸਕਸ਼ਨ ਕੀਤੀ ਸੀ ਪਹਿਲਾਂ ਵੀ ਕਿ ਕੰਟੈਕਸਟ ਦੇ ਵਿੱਚ ਆਪਣੇ ਕੋਲ ਰਾਸ਼ਟਰਪਤੀ ਜਿਹੜੇ ਉਪ ਰਾਸ਼ਟਰਪਤੀ ਉਹਨਾਂ ਨੇ ਗਲਫ ਕੋਆਪਰੇਸ਼ਨ ਕਾਊਂਸਿਲ ਦੇ ਨਾਲ ਮੀਟਿੰਗ ਕੀਤੀ ਹੈ। ਐਂਡ ਇੰਡੀਆ ਇਜ਼ ਆਲਸੋ ਫੇਸਿੰਗ ਵੈਰੀ ਬਿਗ ਡਿਪਲੋਮੈਟਿਕ ਬੈਕਲੈਸ਼ ਗਲਫ ਕੰਟਰੀਜ਼ ਵੱਲੋਂ, ਕਿਉਂਕਿ ਇਹਨਾਂ ਨੇ ਕੁਝ ਇਨਐਪਰੋਪਰੀਏਟ ਰਿਮਾਰਕਸ ਜਿਹੜੇ ਆ ਬੋਲੇ ਸੀ ਅਗੇਂਸਟ ਇਸਲਾਮ ਐਂਡ ਅਦਰ ਪ੍ਰੋਫਿਟ ਦੇ ਥਿੰਗਸ। ਲੇਕਿਨ ਹਾਈਲਾਈਟਸ ਕੀ ਹੈਗੀਆਂ? ਹਾਈਲਾਈਟਸ ਇਹ ਹੈ ਕਿ ਦੇਖੋ, ਜਿਵੇਂ ਆਪਣੇ ਦੇਸ਼ 'ਚ ਬੜੇ ਸਟਾਰਟਅਪਸ ਆ ਰਹੇ ਆ ਨਾ ਯਾਰ, ਇਹ ਸਾਰੇ ਸਟਾਰਟਅਪਸ ਕਤਰ ਦੇ ਵਿੱਚ ਵੀ ਬਹੁਤ ਆ ਰਹੇ ਹੈ। ਤਾਂ ਦੋਨਾਂ ਦੇ ਸਟਾਰਟਅਪਸ ਨੂੰ ਕਨੈਕਟ ਕਰਨ ਦਾ ਜਿਹੜਾ ਈਕੋਸਿਸਟਮ ਹੈ ਉਸ ਚੀਜ਼ ਲਈ ਇੱਕ ਸਟਾਰਟਅਪ ਬ੍ਰਿਜ ਦੀ ਗੱਲ ਕੀਤੀ ਗਈ ਹੈ। ਇਸ ਤੋਂ ਇਲਾਵਾ ਇੰਡੀਆ ਦੇ ਜਿਹੜੇ ਕਲੋਜ਼ ਅਤੇ ਫਰੈਂਡ ਰਿਲੇਸ਼ਨਸ ਹੈ ਕਤਰ ਨੂੰ ਰੀਆਈਟਰੇਟ ਕੀਤਾ ਗਿਆ ਐਂਡ ਮਲਟੀ ਫੈਸੇਟਡ ਆਪਾਂ ਨੇ ਬਾਈਲੈਟਰਲ ਕੋਆਪਰੇਸ਼ਨ 'ਚ ਜਾਣਾ ਹੈ। ਮਤਲਬ ਕਤਰ ਦੇ ਨਾਲ ਕੋਈ ਇੱਕ ਰਿਲੇਸ਼ਨ ਨਹੀਂ ਹੈ ਕੋਈ ਆਇਲ ਸਿਕਿਉਰਿਟੀ ਉੱਪਰ ਰਿਲੇਸ਼ਨ ਰੱਖ ਲਿਆ ਜਾਂ ਸਿਰਫ ਇੱਦਾਂ ਨਹੀਂ। ਕਤਰ ਦੇ ਨਾਲ ਆਪਣਾ ਟ੍ਰੇਡ, ਇਨਵੈਸਟਮੈਂਟ, ਐਨਰਜੀ, ਫੂਡ ਸਿਕਿਉਰਿਟੀ, ਡਿਫੈਂਸ, ਟੈਕਨੋਲੋਜੀ, ਕਲਚਰ, ਐਜੂਕੇਸ਼ਨ, ਹੈਲਥ, ਇਹਨਾਂ ਸਾਰੇ ਏਰੀਆਜ਼ ਦੇ ਵਿੱਚ ਆਪਾਂ ਨੇ ਅੱਛੇ ਰਿਲੇਸ਼ਨਸ ਬਣਾਉਣੇ ਹੈ। ਐਂਡ ਲਾਸਟ ਬਟ ਨਾਟ ਦ ਲੀਸਟ, ਕਤਰ ਨੇ ਇੰਡੀਆ ਨੂੰ ਬਹੁਤ ਹੀ ਜ਼ਿਆਦਾ ਵਧਾਈ ਦਿੱਤੀ ਕਿ ਉਹਨਾਂ ਨੇ ਕਿਵੇਂ ਇੱਕ ਇੰਟਰਨੈਸ਼ਨਲ ਸੋਲਰ ਅਲਾਇੰਸ ਜਿਹਦਾ ਹੈੱਡਕੁਆਟਰਸ ਗੁੜਗਾਉਂ ਦੇ ਵਿੱਚ ਹੈ ਉਹ ਐਸਟੈਬਲਿਸ਼ ਕੀਤਾ ਐਂਡ ਦੇ ਆਰ ਵਰਕਿੰਗ ਫॉर ਦ ਰੀਨਿਊਬਲ ਐਨਰਜੀ ਸੈਕਟਰ ਇਨ ਅ ਬਿਗ ਥਿੰਗ, ਕਿਉਂਕਿ ਕਲਾਈਮੇਟ ਚੇਂਜ ਦੀ ਪ੍ਰੋਬਲਮ ਨੂੰ ਸੋਲਵ ਕਰਨ ਵਾਸਤੇ ਵਰਲਡ ਨੂੰ ਇਕੱਠੇ ਹੋਣਾ ਪੈਣਾ ਐਂਡ ਇੰਡੀਆ ਨੇ ਇਸ ਚੀਜ਼ ਦੇ ਵਿੱਚ ਇੱਕ ਅੱਛਾ ਇਨੀਸ਼ੀਏਟਿਵ ਜੋ ਹੈ ਲਿੱਤਾ ਹੈ। ਇਸ ਤੋਂ ਇਲਾਵਾ ਇੰਡੀਆ ਲਈ ਕਤਰ ਕਿਉਂ ਇੰਪੋਰਟੈਂਟ ਹੈ, ਉਹਦੇ ਬਹੁਤ ਰੀਜ਼ਨਸ ਹੈ। ਜਿਹੜਾ ਸਭ ਤੋਂ ਇੰਪੋਰਟੈਂਟ ਰੀਜ਼ਨ ਉਹ ਹੈ ਕਿ ਹਿਸਟੋਰੀਕਲੀ ਅਸੀਂ ਇਹਨਾਂ ਦੇਸ਼ਾਂ ਨਾਲ ਕਨੈਕਟਡ ਰਹੇ ਹਾਂ। ਇਨਫੈਕਟ ਹੜੱਪਨ ਸਿਵਲਾਈਜੇਸ਼ਨ ਤੋਂ ਹੀ ਸ਼ੁਰੂ ਹੋ ਜਾਓ, ਉਸ ਟਾਈਮ 'ਤੇ ਇੱਕ ਬਹੁਤ ਹੀ ਫੇਮਸ ਸਿਵਲਾਈਜੇਸ਼ਨ ਹੁੰਦੀ ਸੀ ਮੈਸੋਪੋਟਾਮੀਅਨ ਸਿਵਲਾਈਜੇਸ਼ਨ, ਜਿਹਦਾ ਇਹਨਾਂ ਹੜੱਪਨ ਸਿਵਲਾਈਜੇਸ਼ਨ ਦੇ ਲੋਕਾਂ ਨਾਲ ਅੱਛੇ ਰਿਲੇਸ਼ਨਸ ਹੁੰਦੇ ਸੀ। ਆਪਣੇ ਰਿਲੇਸ਼ਨਸ ਇਹਨਾਂ ਕੰਟਰੀਜ਼ ਨਾਲ ਬਿਯੋਂਡ ਟਾਈਮ ਜਿਹੜਾ ਹੈ ਦੇਖਣ ਨੂੰ ਮਿਲਦੇ। ਇਸ ਤੋਂ ਬਾਅਦ ਇੰਡੋ ਗ੍ਰੀਕਸ ਐਂਡ ਉਹ ਸਾਰੇ ਚੀਜ਼ਾਂ ਹੁੰਦੀਆਂ ਨੇ, ਐਰੇਬੀਅਨਸ ਇੰਡੀਆ 'ਚ ਆਏ, ਤਾਂ ਬੜੇ ਪੁਰਾਣੇ ਰਿਲੇਸ਼ਨਸ ਹੈ ਇਹਨਾਂ ਕੰਟਰੀਜ਼ ਦੇ ਨਾਲ। ਟ੍ਰੇਡ ਦੀ ਅਗਰ ਆਪਾਂ ਗੱਲ ਕਰੀਏ ਤਾਂ ਬਾਈਲੈਟਰਲ ਟ੍ਰੇਡ ਜਿਹੜੀ ਇਹਨਾਂ ਕਾਊਂਸਿਲ ਨਾਲ ਹੁੰਦੀ ਹੈ, ਗਲਫ ਕੋਆਪਰੇਸ਼ਨ ਕਾਊਂਸਿਲ ਨਾਲ ਹੁੰਦੀ ਹੈ, ਉਹ ਆਲਮੋਸਟ $154 ਬਿਲੀਅਨ ਦੀ ਦੇਖਣ ਨੂੰ ਮਿਲੀ ਹੈ ਪਿਛਲੇ ਸਾਲ, ਵਿਚ ਇਜ਼ ਅ ਵੈਰੀ ਬਿਗ ਅਮਾਊਂਟ। ਐਂਡ UAE ਜਿਹੜਾ ਯੂਨਾਈਟਿਡ ਅਰਬ ਐਮੀਰੇਟਸ ਹੈ, ਜਿਹਦੇ ਵਿੱਚ ਬੜੀਆਂ ਫੇਮਸ ਸਿਟੀਜ਼ ਹੈ ਲਾਈਕ ਦੁਬਈ ਐਂਡ ਆਬੂ ਧਾਬੀ, ਇਹ ਇੰਡੀਆ ਦੀ ਸੈਕਿੰਡ ਲਾਰਜੈਸਟ ਐਕਸਪੋਰਟ ਡੈਸਟੀਨੇਸ਼ਨ ਹੈ, ਵਿਚ ਇਜ਼ ਨਾਟ ਅ ਵੈਰੀ ਮੀਨ ਥਿੰਗ ਟੂ ਅਚੀਵ। ਇੰਡੀਆ ਨੇ ਰੀਸੈਂਟਲੀ ਕੰਪਰੀਹੈਂਸਿਵ ਇਕਨੋਮਿਕ ਪਾਰਟਨਰਸ਼ਿਪ ਅਗਰੀਮੈਂਟ ਵੀ ਸਾਈਨ ਕੀਤਾ ਹੈ UAE ਦੇ ਨਾਲ। ਇਸ ਤੋਂ ਇਲਾਵਾ ਰੈਮਿਟੈਂਸਿਸ ਦੇ ਸੋਰਸ ਦੀ ਗੱਲ ਕਰੀਏ ਤਾਂ ਹਿਊਜ ਹੈ। ਇੰਡੀਆ ਸਭ ਤੋਂ ਵੱਡਾ ਰੈਸੀਪੀਐਂਟ ਹੈ, $83.5 ਬਿਲੀਅਨ ਦਿੱਤੇ ਜਾਂਦੇ ਰੈਮਿਟੈਂਸਿਸ ਦਾ ਮਤਲਬ ਹੈ ਕਿ ਉਹ ਪੈਸਾ ਜੋ ਇੰਡੀਅਨਸ
ਜੋ ਇੰਡੀਆ ਦੇ ਬਾਹਰ ਬੈਠੇ ਆ ਉਹ ਵਾਪਸ ਆਪਣੇ ਘਰਾਂ 'ਚ ਭੇਜਦੇ ਹੈ। ਸਟ੍ਰੈਟੇਜਿਕਲੀ ਵੀ ਬੜੀ ਇੰਪੋਰਟੈਂਟ ਹੈ, ਡਿਫੈਂਸ ਦੇ ਪਰਪਸ ਲਈ ਬੜੀ ਇੰਪੋਰਟੈਂਟ ਹੈ। ਇਨ ਫੈਕਟ ਇੰਡੀਆ ਦੀ ਵੈਸਟ ਏਸ਼ੀਆ ਪੋਲਿਸੀ ਦਾ ਕਾਰਨਰ ਸਟੋਨ ਹੈ ਇਹ ਰੀਜਨ। ਯਾਨੀ ਕਿ ਅਗਰ ਆਪਾਂ ਵੈਸਟ ਏਸ਼ੀਆ ਦੇ ਲਈ ਕੁਝ ਕਰਨਾ ਚਾਹੁੰਦੇ ਹਾਂ ਤਾਂ ਆਪਾਂ ਨੂੰ ਗਲਫ ਰੀਜਨ ਤੋਂ ਹੀ ਕੁਛ ਨਾ ਕੁਛ ਕਰਨਾ ਪਏਗਾ। ਐਨਰਜੀ ਸਿਕਿਉਰਿਟੀ ਤੋਂ ਨੋ ਡਾਊਟ ਆਪਣੇ ਦੇਸ਼ ਦਾ 80% ਤੋਂ ਕਰੂਡ ਆਇਲ ਇੱਥੋਂ ਆਉਂਦਾ ਹੈ। ਐਂਡ ਆਪਣੇ ਤਾਂ ਬੜੀਆਂ ਆਪਾਂ ਮਿਲਟਰੀ ਅਤੇ ਨੇਵਲ ਅਤੇ ਏਅਰਫੋਰਸ ਦੀ ਐਕਸਰਸਾਈਜ਼ ਵੀ ਇਕੱਠੇ ਕਰਦੇ ਹਾਂ। ਜਿਵੇਂ ਸਾਊਦੀ ਅਰੇਬੀਆ ਨਾਲ ਇੱਕ ਬੜੀ ਫੇਮਸ ਐਕਸਰਸਾਈਜ਼ ਹੈ ਜੋ ਇੰਡੀਆ ਕਰਦਾ, ਉਹਦਾ ਨਾਮ ਹੈ ਅਲ ਮੁਹਦ ਅਲ ਹਿੰਦੀ ਐਕਸਰਸਾਈਜ਼। ਤਾਂ ਇੱਦਾਂ नहीं है कि रिलेशंस ਇਕੱਲੇ ऑयल तक सीमित है, रिलेशंस रेमिटेंसेस तक सीमित नहीं है, रिलेशंस ट्रेड पार्टनर्स हैं ਆਪਾਂ, एनर्जी सिक्योरिटी है, स्ट्रेटेजिक है एंड डेफिनेटली डिफेंस रिलेशंस भी किते ना किते इंपॉर्टेंट है। इनफैक्ट ਕੱਲੇ ਇੰਡੀਆ ਲਈ ਇਹ ਰੀਜਨ ਇੰਪੋਰਟੈਂਟ ਨਹੀਂ ਹੈ, ਇਸ ਰੀਜਨ ਲਈ ਇੰਡੀਆ ਵੀ ਓਨਾ ਹੀ ਇੰਪੋਰਟੈਂਟ ਹੈ। ਜਿਵੇਂ ਇੰਡੀਆ ਇਜ਼ ਅ ਵੈਰੀ ਬਿਗ ਮਾਰਕੀਟ ਫॉर देयर ਇਨਵੈਸਟਮੈਂਟ ਐਂਡ ਟ੍ਰੇਡ। ਕਾਫੀ ਗਲਫ ਕੰਟਰੀਜ਼ ਹੈ ਜੋ ਇੱਦਾਂ ਦੇ ਉਹਨਾਂ ਨੇ ਇਨਵੈਸਟਮੈਂਟ ਫਰਮਸ ਬਣਾ ਰੱਖੀਆਂ ਗਲਫ ਕੰਟਰੀਜ਼ ਨੇ ਕਿ ਉਹ ਦੂਜੇ ਦੇਸ਼ਾਂ 'ਚ ਜਾ ਕੇ ਇਨਵੈਸਟ ਕਰਨਾ ਚਾਹੁੰਦੇ ਹਨ। ਇੰਡੀਆ ਇਜ਼ ਅ ਵੈਰੀ ਗੁੱਡ ਡੈਸਟੀਨੇਸ਼ਨ ਫॉर दैट। ਅਗਰ ਇੰਡੀਆ ਬਹੁਤ ਵੱਡਾ ਟੂਰਿਜ਼ਮ ਵੀ ਜਨਰੇਟ ਕਰਦਾ ਕਿਉਂਕਿ ਇੰਡੀਆ ਦੇ ਮੁਸਲਮਾਨ ਮੱਕਾ ਜਾਂਦੇ ਹੈ ਅਤੇ ਕਲਚਰਲ ਕਨੈਕਸ਼ਨ ਵੀ ਐਗਜ਼ਿਸਟ ਕਰਦਾ ਹੈ। ਇੰਡੀਆ ਬਹੁਤ ਜ਼ਿਆਦਾ ਵੀਟ ਵੀ ਦਿੰਦਾ ਇਹਨਾਂ ਕੰਟਰੀਜ਼ ਨੂੰ। ਪਿੱਛੇ ਜੇ ਇੰਡੀਆ ਨੇ ਦੇਖੋ ਵੀਟ ਬੈਨ ਕੀਤਾ ਜੋ ਇਹਨਾਂ ਕੰਟਰੀਜ਼ ਦੇ ਵਿੱਚ ਇੱਕ ਫੂਡ ਸਿਕਿਉਰਿਟੀ ਦਾ ਵੀ ਇਸ਼ੂ ਹੋ ਸਕਿਆ ਸੀ। ਕੋਵਿਡ-19 ਦੇ ਵਿੱਚ ਇੰਡੀਆ ਦੀ ਮੈਡੀਕਲ ਡਿਪਲੋਮੇਸੀ ਵਾਜ਼ ਵਨ ਆਫ ਦ ਬੈਸਟ ਡਿਪਲੋਮੇਸੀਜ਼ ਦੇਖਣ ਨੂੰ ਮਿਲਦੀ ਹੈ। ਐਂਡ ਇੰਡੀਆ ਨੇ ਬਹੁਤ ਜ਼ਿਆਦਾ ਇੱਥੇ ਸਪੋਰਟ ਕੀਤੀ ਹੈ ਇਨ ਟਰਮਸ ਆਫ ਵੈਕਸੀਨਸ ਐਂਡ ਅਦਰ ਕਾਈਂਡਸ ਆਫ ਸਪੋਰਟ ਸਿਸਟਮਸ। ਐਂਡ UAE ਨੇ ਡੈਫੀਨੇਟਲੀ ਇਨਵਾਈਟ ਵੀ ਕੀਤਾ ਹੈ ਇੰਡੀਆ ਨੂੰ ਕਿ ਤੁਸੀਂ ਆਓ ਐਂਡ ਆਪਾਂ ਕੰਪਰੀਹੈਂਸਿਵ ਇਕਨੋਮਿਕ ਪਾਰਟਨਰਸ਼ਿਪ ਐਗਰੀਮੈਂਟ ਸਾਈਨ ਕਰਦੇ ਹਾਂ। ਲੇਕਿਨ ਚੈਲੰਜਸ ਐਗਜ਼ਿਸਟ ਕਰਦੇ ਆ। ਸਭ ਤੋਂ ਵੱਡਾ ਚੈਲੰਜ ਇਹ ਹੈ ਕਿ ਜਿਹੜੀ OIC ਹੈ, ਆਰਗੇਨਾਈਜੇਸ਼ਨ ਫॉर ਇਸਲਾਮਿਕ ਕੰਟਰੀਜ਼, ਇਹ ਕਿਤੇ ਨਾ ਕਿਤੇ ਦੇਖਣ ਨੂੰ ਮਿਲਦਾ ਹੈ ਕਿ ਇੰਡੀਆ ਦੇ ਇੰਟਰਨਲ ਮੈਟਰਸ ਨੂੰ ਲੈ ਕੇ ਇਹ ਥੋੜ੍ਹੀ ਜਿਹੀ ਇੰਟਰਫੇਰੈਂਸ ਵੀ ਜ਼ਿਆਦਾ ਕਰਦੇ ਐਂਡ ਡਿਸਕ੍ਰਿਮੀਨੇਸ਼ਨ ਵੀ ਜ਼ਿਆਦਾ ਕਰਦੇ ਇੰਡੀਆ ਨੂੰ। ਫॉर एग्जांपल ਰੀਸੈਂਟਲੀ ਅਲ-ਕਾਇਦਾ ਨੇ ਇੰਡੀਆ ਨੂੰ ਥ੍ਰੈਟ ਦਿੱਤਾ ਹੈ ਕਿ ਅਸੀਂ ਤੁਹਾਡੇ ਏਰੀਆ 'ਚ ਬੰਬ ਬਲਾਸਟ ਕਰਾਂਗੇ, ਲੇਕਿਨ ਇਸ ਚੀਜ਼ ਦੇ ਉੱਪਰ OIC ਦੀ ਕੋਈ ਸਟੇਟਮੈਂਟ ਨਹੀਂ ਆਈ। ਔਨ ਦੀ ਅਦਰ ਹੈਂਡ OIC ਦੀ ਸਟੇਟਮੈਂਟ ਆਈ ਸੀਗੀ ਜਦੋਂ ਪ੍ਰੋਫਿਟ ਨੂੰ BJP ਦੇ ਸਪੋਕਸ ਪਰਸਨਸ ਨੇ ਕੁਝ ਗਲਤ ਬੋਲਿਆ। ਤਾਂ ਅਗੇਨ ਡਿਸਕ੍ਰਿਮੀਨੇਸ਼ਨ ਥੋੜ੍ਹੀ ਜਿਹੀ ਰੱਖਦੇ ਹੈ। ਇਹਦਾ ਇੱਕ ਸਭ ਤੋਂ ਵੱਡਾ ਰੀਜ਼ਨ ਹੈ ਕਿ ਪਾਕਿਸਤਾਨ OIC ਦੇ ਵਿੱਚ ਬਹੁਤ ਜ਼ਿਆਦਾ ਡੋਮੀਨੇਟ ਕਰਦਾ ਹੈ ਐਂਡ ਉਸ ਕਰਕੇ ਇੰਡੀਆ ਦੇ ਇੰਟਰਸਟ ਕਿਤੇ ਨਾ ਕਿਤੇ ਕੰਪਰੋਮਾਈਜ਼ ਦੇਖਣ ਨੂੰ ਮਿਲਦੇ ਹੈ। USA ਨੇ ਵੀ ਨਾ ਆਪਣੀ ਪੂਰੀ ਦੀ ਪੂਰੀ ਸਪੋਰਟ ਘਟਾਉਣੀ ਸ਼ੁਰੂ ਕਰਤੀ, ਜਿਹਦੇ ਕਰਕੇ ਇਹਨਾਂ ਏਰੀਆਜ਼ ਦੇ ਵਿੱਚ ਸਿਕਿਉਰਿਟੀ ਇਸ਼ੂਜ਼ ਜਿਹੜੇ ਵਧਣ ਦੇ ਚਾਂਸਿਸ ਹੋ ਸਕਦੇ ਹੈ। ਐਂਡ ਅਗਰ ਇਹਨਾਂ ਏਰੀਆਜ਼ 'ਚ ਸਿਕਿਉਰਿਟੀ ਥ੍ਰੈਟਸ ਹੋਣਗੇ ਤਾਂ ਉਹ ਕਿਤੇ ਨਾ ਕਿਤੇ ਇੰਡੀਆ ਨੂੰ ਹੀ ਇਫੈਕਟ ਕਰਨਗੇ। ਵੇ ਅਹੈਡ ਕੀ ਕਹਿੰਦਾ ਹੈ ਕਿ ਇੰਡੀਆ ਨੂੰ ਪਹਿਲੀ ਗੱਲ ਤਾਂ ਇਹ ਬੜਾ ਇੰਪੋਰਟੈਂਟ ਹੈ ਕਿ ਆਪਾਂ ਇਕਨੋਮਿਕ ਕੋਆਪਰੇਸ਼ਨ ਦੇ ਉੱਪਰ ਫੋਕਸ ਕਰੀਏ ਐਂਡ ਇਹ ਕੋਸ਼ਿਸ਼ ਕਰੀਏ ਕਿ ਪੀਸ ਐਂਡ ਸਟੇਬਿਲਿਟੀ ਇਸ ਰੀਜਨ 'ਚ ਆਵੇ ਬਾਈ ਐਨਕਰੇਜਿੰਗ ਵੇਰੀਅਸ ਸਟੇਕ ਹੋਲਡਰਸ ਜੋ ਵੀ ਇਸ ਪ੍ਰੋਸੈਸ 'ਚ ਇਨਵੋਲਵਡ ਹੈਗੇ। ਲਾਸਟ ਬਟ ਨਾਟ ਦ ਲੀਸਟ, ਜੋ ਵੀ ਆਪਣੇ ਦੇਸ਼ 'ਚ ਹੇਟ ਸਪੀਚ ਫੈਲਾਉਂਦੇ ਹੈ ਉਹਨਾਂ ਨੂੰ ਇੱਕ ਸਟਰਨ ਵਿਊ ਮਤਲਬ ਉਹਨਾਂ ਸਟ੍ਰਿਕਟਲੀ ਉਹਨਾਂ ਨੂੰ ਡੀਲ ਕਰਨਾ ਚਾਹੀਦਾ ਹੈ ਤਾਂ ਕਿ ਆਪਣੇ ਦੇਸ਼ 'ਚ ਕੋਈ ਵੀ ਇੱਦਾਂ ਦੀ ਗੱਲ ਨਾ ਕੀਤੀ ਜਾਵੇ ਕਿ ਦੂਜੇ ਦੇ ਰਿਲੀਜੀਅਸ ਸੈਂਟੀਮੈਂਟਸ ਹਰਟ ਹੋਣ। ਸੋ ਆਈ ਹੋਪ ਇਹ ਤੁਹਾਨੂੰ ਸੈਸ਼ਨ ਥੋੜ੍ਹਾ ਜਿਹਾ ਡਿਟੇਲ ਸੈਸ਼ਨ ਅੱਛਾ ਲੱਗਿਆ ਹੋਊਗਾ। ਅਗਰ ਅੱਛਾ ਲੱਗਿਆ ਹੈ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓਗਾ। ਥੈਂਕ ਯੂ ਐਵਰੀਬਡੀ, ਟੇਕ ਕੇਅਰ, ਆਲ ਦ ਵੈਰੀ ਬੈਸਟ, ਥੈਂਕ ਯੂ।